ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਟੁਡੇ 7 ਨਿਊਜ਼। ਅਸੀਂ ਅੱਜ ਪਹੁੰਚੇ ਹਾਂ ਜੀ ਲੋਕ ਇਨਸਾਫ ਪਾਰਟੀ ਵੱਲੋਂ ਲਗਾਏ ਗਏ ਧਰਨੇ ਤੇ। ਇੰਨੀ ਧੁੱਪ ਦੇ ਵਿੱਚ ਜਿੱਥੇ ਲੋਕ ਘਰ ਦੇ ਵਿੱਚ ਡਰ ਦੇ ਨਾਲ ਅੰਦਰ ਵੜੇ ਬੈਠੇ ਨੇ, ਉੱਥੇ ਹੀ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਇੰਨੀ ਧੁੱਪ ਦੇ ਵਿੱਚ ਬੈਠ ਕੇ ਆਮ ਲੋਕਾਂ ਦੇ ਲਈ ਧਰਨੇ ਦੇ ਵਿੱਚ ਬੈਠੇ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਇਹਨਾਂ ਨਾਲ ਮਿਲਣ ਵਾਸਤੇ ਆਇਆ ਜਾਂ ਨਹੀਂ। ਦੇਖ ਲਿਓ ਸਰ। ਸਤਿ ਸ਼੍ਰੀ ਅਕਾਲ ਭਾਜੀ। ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਮਿਲਣ ਵਾਸਤੇ ਕੋਈ ਆਇਆ ਜੀ ਹੁਣ ਤੱਕ? ਆਏ ਸੀ ADCP ਸਾਹਿਬ ਆਏ ਸੀਗੇ ਜੀ, ਤਾਂ ਸ਼੍ਰੀ ਕੁਲਦੀਪ ਸ਼ਰਮਾ ਜੀ ਆਏ ਸੀ। ਪ੍ਰਸ਼ਾਸਨ ਤਾਂ ਸਾਰਾ ਸਾਡੇ ਆਲੇ ਦੁਆਲੇ ਹੀ ਹੈ ਸਵੇਰ ਦਾ। ਭੂ ਮਾਫੀਆ ਨੂੰ ਬਚਾਉਣ ਵਾਸਤੇ, ਸਾਡੀ ਰੱਖਿਆ ਕਰਨ ਵਾਸਤੇ ਭੂ ਮਾਫੀਆ ਨੂੰ ਜ਼ਿਆਦਾ ਰੱਖਿਆ ਦਿੰਦੇ ਆ ਵੀ ਇਹ ਜ਼ਮੀਨ ਦੇ ਵਿੱਚ ਉਸ ਵਿੱਚ ਜਾਣ ਨਾ ਜੇ ਜ਼ਮੀਨ ਦਾ ਰੌਲਾ। ਲੇਕਿਨ ਜ਼ਮੀਨ ਇੱਥੋਂ ਸ਼ੁਰੂ ਹੁੰਦੀ ਹੈ ਜਿਹੜੀ ਤੁਸੀਂ ਬੈਠੇ। ਲੇਕਿਨ ਅਸੀਂ ਕਿਹੜਾ ਜ਼ਮੀਨ ਤੇ ਕੋਈ ਕਬਜ਼ਾ ਕਰਨਾ। ਅਸੀਂ ਤਾਂ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ, ਜੋ ਸੁਪਰੀਮ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਹੀ ਲਾਗੂ ਕਰਾਉਣਾ। ਅਸੀਂ ਤਾਂ ਉਹ ਸਾਡੇ DC ਸਾਹਿਬ ਦੇ, SSP ਸਾਹਿਬ ਦੇ ਔਰ ਜਿਹੜੇ ADCP ਨੇ ਇਹਨਾਂ ਦੇ ਫਰਜ਼ ਬਣਦੇ ਨੇ, ਪ੍ਰਸ਼ਾਸਨ ਦੇ ਫਰਜ਼ ਬਣਦੇ ਨੇ ਕਿ ਉੱਥੇ ਜਿਹੜੇ ਲੋਕ ਨਜਾਇਜ਼ ਜ਼ਮੀਨ ਨੂੰ ਬਾਹਰ ਇਹਨਾਂ ਨੂੰ ਰੋਕਿਆ ਜਾਵੇ। ਲੇਕਿਨ ਕੁਛ ਵੀ ਨਹੀਂ ਹੋ ਰਿਹਾ। ਜਿਹੜਾ ਸਾਰਾ ਕੁਝ ਹੈ ਉਹ ਜਿਵੇਂ ਦਾ ਤਿਵੇਂ ਹੈ। ਅੱਜ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਲੋਕਾਂ ਨੇ ਬਿਨਾਂ ਮੋਟਰਾਂ ਤੋਂ ਜ਼ਮੀਨ ਕਿਵੇਂ ਵਾਹੀ ਜਾ ਸਕਦੀ ਆ ਜਦੋਂ ਮੋਟਰਾਂ ਹੀ ਹੈ ਨਹੀਂ ਵਿੱਚ। ਲੋਕਾਂ ਨੇ ਆਪਦੀਆਂ ਮੋਟਰਾਂ ਪਾ ਲਈਆਂ ਵਿੱਚ ਜ਼ਮੀਨਾਂ ਦੇ, ਉਹਨਾਂ ਬੋਰਾਂ ਦੇ ਵਿੱਚ ਜਿਹੜੇ ਪੁਰਾਣੇ ਬੋਰ ਸੀਗੇ, ਔਰ ਫ੍ਰੀ ਆਫ ਕਾਸਟ ਉਹ ਜ਼ਮੀਨ ਨੂੰ ਬਾਹਰ ਇਹਨੇ ਜਾ ਕੇ ਸੁਪਰੀਮ ਦੇ ਕੋਰਟ ਦੇ ਆਰਡਰ ਨੇ ਵੀ ਜ਼ਮੀਨ ਜਿਵੇਂ ਤਿਵੇਂ ਰਹੇ। ਇਸ ਜ਼ਮੀਨ ਨੂੰ ਵੇਚ ਕੇ ਚਿੱਟ ਫੰਡ ਵਿੱਚ ਹੋਏ ਘਪਲੇ ਦੇ, ਪਾਰਲ ਕੰਪਨੀ ਨੇ ਕੀਤੇ ਘਪਲੇ ਦੇ, ਠੱਗੀ ਦੇ ਹੋਏ ਸ਼ਿਕਾਰ ਤੇ ਪੀੜਤ ਲੋਕਾਂ ਨੂੰ ਉਹ ਪੈਸੇ ਦੇਣੇ ਨੇ। ਲੇਕਿਨ ਅਸੀਂ ਆਪਣੇ ਜੰਗ ਜਾਰੀ ਆ ਸਾਡੀ। ਧੁੱਪ ਦੇ ਵਿੱਚ ਤਕਰੀਬਨ ਕੋਈ ਹੁਣ ਟਾਈਮ ਵੀ 1:15 ਹੋ ਗਿਆ। ਅਸੀਂ ਇਸੇ ਤਰ੍ਹਾਂ, ਸਾਨੂੰ ਟੈਂਟ ਵੀ ਨਹੀਂ ਲਾਉਣ ਦਿੱਤਾ। ਅੱਜ ਅਸੀਂ ਸਾਰੇ ਆਪਣੇ ਸਾਥੀ, ਸਾਡੇ ਮਨਵਿੰਦਰ ਸਿੰਘ ਗਿਆਸਪੁਰਾ ਜੀ, ਤੁਹਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਧੱਕੇਸ਼ਾਹੀ ਹੋ ਰਹੀ ਹੈ ਜੀ। ਅਸੀਂ ਤਾਂ ਇੱਕ ਲੋਕਾਂ ਦੇ ਲੋਕ ਹਿੱਤਾਂ ਵਾਸਤੇ ਬੈਠੇ ਹਾਂ। ਸਮਝਦੇ ਪ੍ਰਸ਼ਾਸਨ ਨੂੰ ਸਾਡਾ ਸਹਿਯੋਗ ਦੇਣਾ ਚਾਹੀਦਾ ਕਿ ਉਹਨਾਂ ਠੱਗ ਲੋਕਾਂ ਨੂੰ ਨੰਗੇ ਕਰੀਏ ਤੇ ਉਹਨਾਂ ਨੂੰ ਭਜਾਈਏ, ਤੇ ਜੋ ਲੋਕ ਹਿੱਤਾਂ ਵਾਸਤੇ ਜਿਹੜੇ ਲੋਕ ਵਿਚਾਰੇ ਪਾਰਲ ਕੰਪਨੀ ਦੇ ਪੀੜਤ ਹੋਏ ਨੇ ਉਹਨਾਂ ਨੂੰ ਅਸੀਂ ਇਨਸਾਫ ਦਿਵਾ ਸਕੀਏ। ਅਸੀਂ ਆਪਣੇ ਕੰਮ ਤੇ ਡਟੇ ਹਾਂ। ਅਸੀਂ ਆਪਣਾ ਧਰਨਾ ਜਾਰੀ ਹੈ। ਇਹ ਪੱਕਾ ਧਰਨਾ, ਇਹ ਨਾ ਸਮਝਣ ਪ੍ਰਸ਼ਾਸਨ ਵੀ ਅੱਜ ਦਾ ਦਿਨ ਧਰਨਾ ਲਾ ਕੇ ਵੀ ਅਸੀਂ ਇੱਥੇ ਉੱਠ ਕੇ ਚਲਾ ਜਾਵਾਂਗੇ, ਨਹੀਂ। ਤੇ ਕਿ ਅਸੀਂ ਸਾਰੇ ਕਿਤੇ ਆਪਣੇ ਜਿੰਨੇ ਪਾਰਲ ਪੀੜਤ ਨੇ ਲੋਕ ਸਾਡੇ ਕੋਲ ਪਹੁੰਚ ਕਰ ਰਹੇ ਨੇ। ਆਹ ਦੇਖੋ ਮੇਰੇ ਕੋਲ ਇਹ ਸਾਰਾ ਡਾਟਾ ਇੱਥੇ ਇਕੱਠਾ ਕਰ ਰਹੇ ਹਾਂ ਅਸੀਂ ਬੈਠੇ। ਜਿਹੜੇ ਲੋਕਾਂ ਦੇ ਪੈਸੇ ਨੇ, ਕਿਸੇ ਦਾ 50,000 ਆ, ਕਿਸੇ ਦਾ ਲੱਖ ਆ, ਕਿਸੇ ਦਾ 2 ਲੱਖ ਆ, ਕਿਸੇ ਦਾ 5 ਲੱਖ ਆ, ਇੱਕ ਵੀਰ ਦਾ 45 ਲੱਖ ਰੁਪਈਆ ਹੈ। ਇਹ ਲੋਕਾਂ ਵਾਸਤੇ ਪ੍ਰਸ਼ਾਸਨ ਨੂੰ ਸਾਡਾ ਸਹਿਯੋਗ ਕਰਨਾ ਚਾਹੀਦਾ ਤੇ ਉਹਨਾਂ ਨੂੰ ਅਸੀਂ ਨੱਥ ਪਾ ਸਕੀਏ। ਪਾਰਲ ਪੀੜਤ ਜਿਹੜੇ ਵਿਚਾਰੇ ਠੱਗੀ ਦਾ ਸ਼ਿਕਾਰ ਹੋਏ ਨੇ ਵੀਰ, ਉਹਨਾਂ ਨੂੰ ਇਨਸਾਫ ਦਵਾ ਸਕੀਏ। ਇਹ ਗਿਆਸਪੁਰਾ ਸਾਹਿਬ, ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ 144 ਧਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਧਾਰਾ 144 ਜਿਹੜਾ ਹੈਗਾ ਨਾ, ਉਹਦੇ ਅਸੀਂ ਤਹਿਤ ਹੀ ਬੈਠੇ ਹਾਂ। ਤੁਸੀਂ ਦੇਖ ਸਕਦੇ ਹੋ ਕਿ 144 ਧਾਰਾਂ ਦੀਆਂ ਧੱਜੀਆਂ ਟੈਂਟ ਦੇ ਵਿੱਚ ਬੈਠੇ ਲੋਕ ਉਡਾ ਰਹੇ ਨੇ ਜਾਂ ਅਸੀਂ ਉਡਾ ਰਹੇ ਹਾਂ। ਸਾਡੇ 'ਚ ਤਾਂ 20 ਲੋਕ ਨੇ। ਜਿਹੜਾ ਕਿ ਅੱਜ ਕੱਲ੍ਹ ਅੱਜ ਕੋਈ ਨਾ ਕੋਈ ਕਰਫਿਊ ਆ, ਨਾ ਕੋਈ ਲੋਕਡਾਊਨ ਹੈ। ਅੱਜ ਅਨਲੌਕ ਆ। ਅੱਜ ਦਾ ਦਿਨ ਅਨਲੌਕ ਆ। ਕੱਲ੍ਹ ਦਾ ਦਿਨ ਸੀਗਾ ਜ਼ਰੂਰ ਕਰਫਿਊ ਦਾ, ਇਸ ਲਈ ਅਸੀਂ ਉਹਨੂੰ ਡਿਲੇ ਕੀਤਾ। ਪਰ ਜਦੋਂ ਪ੍ਰਸ਼ਾਸਨ ਜਿਹੜਾ ਹੈਗਾ, ਜਿਹਦੀ ਜ਼ਿੰਮੇਵਾਰੀ ਆ ਕਿ ਸੰਵਿਧਾਨ ਲਾਗੂ ਕਰਨ ਦੀ, ਪੁਲਿਸ ਦੀ ਡਿਊਟੀ ਆ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਨ ਦੀ, ਸਾਡੇ ਮਾਨਯੋਗ SHO ਸਾਹਿਬ ਦੀ ਡਿਊਟੀ ਆ, ਮਾਨਯੋਗ DSP ਸਾਹਿਬ ਦੀ ਡਿਊਟੀ ਆ, ਮਾਨਯੋਗ ਕਮਿਸ਼ਨਰ ਸਾਹਿਬ ਦੀ ਡਿਊਟੀ ਆ, ਮਾਨਯੋਗ DC ਸਾਹਿਬ ਦੀ ਡਿਊਟੀ ਆ, ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਆ ਕਿ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਲਾਗੂ ਕਰਾਉਣ ਦੀ। ਤੁਸੀਂ ਇਹ ਦੇਖੋ ਕਿ ਅਸੀਂ ਪਹਿਲਾਂ ਧਰਨਾ 13 ਤਰੀਕ ਦਾ ਸੀ। ਧਰਨਾ ਪ੍ਰਸ਼ਾਸਨ ਦੇ ਕਹਿਣ ਤੇ ਅਸੀਂ 2 ਦਿਨ ਡਿਲੇ ਕੀਤਾ ਕਿ 2 ਦਿਨ ਦਾ ਲੋਕਡਾਊਨ ਹੋਇਆ। ਲੋਕਡਾਊਨ ਨੂੰ ਅਸੀਂ ਡਿਲੇ ਕਰਕੇ 15 ਤਰੀਕ ਤੇ ਬੈਠੇ ਹਾਂ। ਅੱਜ ਅਸੀਂ ਧਰਨੇ ਤੇ ਬੈਠੇ ਹਾਂ। ਸਾਨੂੰ ਕੱਲ੍ਹ ਦੇ ਫੋਨ ਆ ਰਹੇ ਨੇ, ਤੁਹਾਨੂੰ ਚੱਕ ਕੇ ਅੰਦਰ ਕਰ ਦਿਆਂਗੇ, ਤੁਹਾਨੂੰ ਇਹ ਕਰ ਦਿਆਂਗੇ, ਤੁਹਾਨੂੰ ਉਹ ਕਰ ਦਿਆਂਗੇ। ਜਦ ਕਿ ਚਾਹੀਦਾ ਕੀ ਸੀਗਾ ਕਿ ਇਨ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਲੈਂਦੇ ਕੋਈ ਅਨਪੜ੍ਹ ਨਹੀਂ ਹੈਗੇ, ਸਾਰੇ ਪੜ੍ਹੇ ਲਿਖੇ ਨੇ, ਸਾਰੇ ਉਸ ਸੰਵਿਧਾਨ ਦੀ ਸਹੁੰ ਖਾਂਦੇ ਨੇ ਜਿਹੜੇ ਸੰਵਿਧਾਨ ਨੂੰ ਲਾਗੂ ਕਰਨ ਲਈ ਅਸੀਂ ਬੈਠੇ ਹਾਂ। ਚਾਹੀਦਾ ਕੀ ਸੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਦੇਖਦੇ, ਆਰਡਰਾਂ ਨੂੰ ਲੈਂਦੇ, ਆਰਡਰਾਂ ਨੂੰ ਲੈ ਕੇ ਜਿਹੜੇ 700 ਏਕੜ ਤੇ ਕਾਬਜ਼ ਲੋਕ ਨੇ ਉਹਨਾਂ ਨੂੰ ਇੱਥੋਂ ਡੰਡੇ ਮਾਰ ਕੇ ਭਜਾਉਂਦੇ, ਜਿਹੜੇ ਨਜਾਇਜ਼ ਮੋਟਰਾਂ ਦੇ ਜਿਹੜੇ ਇਹਨਾਂ ਦੇ ਕਨੈਕਸ਼ਨ ਨੇ ਉਹਨਾਂ ਦੇ ਕਨੈਕਸ਼ਨ ਪਟਾਉਂਦੇ ਤੇ ਸਾਡੇ ਨਾਲ ਗੱਲ ਕਰਦੇ ਕਿ ਵੀਰ ਇਹ ਕਾਨੂੰਨ ਲਾਗੂ ਕਰਾਉਣਾ ਤੁਹਾਡੀ ਜ਼ਿੰਮੇਵਾਰੀ ਨਹੀਂ, ਸਾਡੀ ਡਿਊਟੀ ਆ, ਕਿਉਂਕਿ ਅਸੀਂ 2-2 ਲੱਖ ਰੁਪਈਆ ਤਨਖਾਹ ਲੈਂਦੇ ਹਾਂ। ਇਹ ਸੰਵਿਧਾਨ ਨੂੰ ਲਾਗੂ ਕਰਾਉਣ ਦੇ ਪੈਸੇ ਲੈਂਦੇ ਨੇ।
ਇਹ ਕਾਨੂੰਨ ਨੂੰ ਲਾਗੂ ਕਰਾਉਣ ਦੀਆਂ ਤਨਖਾਹਾਂ ਲੈਂਦੇ ਨੇ। ਇਹ ਜੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਹੀ ਲਾਗੂ ਨਹੀਂ ਕਰਾ ਸਕਦੇ, ਜੇ ਇੱਕ ਇੱਥੇ ਐਸਪੀ ਆ ਕੇ ਸਾਨੂੰ ਕਹੇ, ਕੋਈ ਡੀਐਸਪੀ ਆ ਕੇ ਸਾਨੂੰ ਕਹੇ ਕਿ ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਦੇ ਆਰਡਰ ਕੀ ਨੇ, ਇਹ ਗੱਲ ਜਿਹੜੀ ਹੈਗੀ ਆ ਇਹ ਵਾਜਬ ਨਹੀਂ ਹੈਗੀ। ਤੁਸੀਂ ਵੀ ਸਮਝਦੇ ਹੋ ਕਿ ਗੱਲ ਵਾਜਬ ਨਹੀਂ ਹੈ। ਜੇ ਕੱਲ੍ਹ ਦੇ ਇਹ ਇੰਨੇ ਹੀ ਚਿੰਤਤ ਸੀ ਇਸ ਗੱਲ ਨੂੰ, ਇੱਥੇ ਆਉਂਦੇ ਕਬਜ਼ੇ ਜਿਹੜੇ ਨਜਾਇਜ਼ ਕਬਜ਼ੇ ਉਹਨਾਂ ਨੂੰ ਫੜ ਕੇ ਬੰਦਿਆਂ ਨੂੰ ਉਹਨਾਂ ਨੂੰ ਪੁੱਛਦੇ, ਪੁੱਛ ਪੜਤਾਲ ਕਰਦੇ ਕਿ ਭਾਈ ਤੁਸੀਂ ਦਿਖਾਓ ਤੁਹਾਡੇ ਕਾਗਜ਼ ਕੀ ਨੇ, ਤੁਸੀਂ ਕਿਹੜੀ ਅਥਾਰਟੀ 'ਚ ਬੈਠੇ ਹੋ। ਜੇ ਅੱਜ ਤੱਕ ਜਦੋਂ ਸਾਡਾ ਐਲਾਨ ਹੋਏ ਨੂੰ ਹਫ਼ਤਾ ਹੋ ਗਿਆ, ਜੇ ਅੱਜ ਤੱਕ ਇਹਨਾਂ ਨੇ ਉਸ ਗੱਲ ਦੀ ਤਹਿਕੀਕਾਤ ਹੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੇ ਅੱਜ ਸਾਡੇ ਤੋਂ ਇਹ ਸੁਪਰੀਮ ਕੋਰਟ ਦੇ ਆਰਡਰ ਮੰਗਦੇ ਨੇ ਤੇ ਫਿਰ ਕਾਨੂੰਨ ਦੀਆਂ ਧੱਜੀਆਂ ਇਹ ਉਡਾ ਰਹੇ ਨੇ ਜਾਂ ਮੈਂ ਉਡਾ ਰਿਹਾ। ਮੈਂ ਸਮਝਦਾ ਕਿ ਜਿਹੜੇ ਕਾਨੂੰਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਬਦੌਲਤ ਇਹਨਾਂ ਨੂੰ ਡਿਊਟੀਆਂ ਮਿਲੀਆਂ ਨੇ, ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਇਆ, ਜੇ ਉਹ ਸੁਪਰੀਮ ਕੋਰਟ ਦੇ ਆਰਡਰ ਹੀ ਨਹੀਂ ਲਾਗੂ ਕਰਾ ਸਕਦੇ ਫਿਰ ਇਹ ਤੇਰੇ ਮੇਰੇ ਕਹਿਣ ਦੀ ਕੀ ਗੱਲ ਆ। ਫਿਰ ਇਹ ਤਾਂ ਇੱਕ ਨਗੂਣੀਆਂ ਜੀਆਂ ਗੱਲਾਂ ਕਰਕੇ ਕਿ ਜੀ ਤੁਸੀਂ ਕਰੋਨਾ ਫੈਲਾ ਰਹੇ ਹੋ ਜੀ, ਤੁਸੀਂ ਇਹ ਕਰ ਰਹੇ ਹੋ ਜੀ ਕਹਿ ਕੇ ਤਾਂ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਅੰਦਰ ਕਰ ਦੇਣ। ਕਿਉਂਕਿ ਪੁਲਿਸ ਦਾ ਚਿਹਰਾ ਤੁਸੀਂ ਜਾਣਦੇ ਹੋ, ਬਲਜਿੰਦਰ ਵਰਗੇ ਪਿਓ ਪੁੱਤ ਨੂੰ ਨੰਗੇ ਕਰਕੇ, ਉਹਦੇ ਸੀਰੀ ਨੂੰ ਨੰਗੇ ਕਰਕੇ, ਥਾਣੇ ਦੇ ਵਿੱਚ ਨੰਗੇ ਕਰਕੇ ਉਹਦੀ ਵੀਡੀਓ ਬਣਾ ਕੇ ਇਹ ਤਾਂ ਵਾਇਰਲ ਕਰ ਸਕਦੇ ਆ। ਇਹਨਾਂ ਨੂੰ ਜਾਣਦੇ ਹੋ, ਇਹ ਤਾਂ ਅੰਬਾਂ ਦੀ ਟੋਕਰੀ ਨੂੰ ਆਪਣੀ ਗੱਡੀ ਵਿੱਚ ਰੱਖ ਕੇ ਲਿਜਾਣਾ ਫਕਰ ਸਮਝਦੇ ਨੇ। ਤੁਸੀਂ ਜਾਣਦੇ ਹੋ ਇਹ ਤਾਂ ਕਬੱਡੀ ਖਿਡਾਰੀ ਨੂੰ ਸਿੱਧੀ ਗੋਲੀ ਮਾਰਦੇ ਨੇ, ਤੇ ਇਹ ਤਾਂ ਤੁਸੀਂ ਜਾਣਦੇ ਹੋ, ਇਹ ਤਾਂ ਤੁਸੀਂ ਜਾਣਦੇ ਹੋ ਕਿ ਦੁੱਧ ਦੀਆਂ ਕਰੇਟਾਂ ਨੂੰ ਕਿਵੇਂ ਆਪਣੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਆ। ਇਹ ਤਾਂ ਤੁਸੀਂ ਜਾਣਦੇ ਹੋ ਪੁਲਿਸ ਦੇ ਕਿਰਦਾਰ ਨੂੰ। ਤਾਂ ਮੈਂ ਚਾਹੁੰਦਾ ਕਿ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਬਸਤੀਬਾਜੀ, ਜਿਹੜੀ ਇਹ ਪੂੰਜੀਪਤੀਆਂ ਦੇ ਤੁਸੀਂ ਅੱਜ ਸੇਫ ਗਾਰਡ ਬਣੇ ਬੈਠੇ ਹੋ, ਉਹ ਅੰਗਰੇਜ਼ ਚਲੇ ਗਏ ਮੇਰੇ ਭਾਈ, ਮੇਰੇ ਵੀਰ, ਅੰਗਰੇਜ਼ ਚਲੇ ਗਏ, ਇਹ ਦੇਸ਼ ਸਾਡਾ ਆਜ਼ਾਦ ਹੋ ਗਿਆ। ਤੁਸੀਂ ਇਹ ਬਸਤੀਵਾਦੀ ਸੋਚ ਨੂੰ ਤਿਆਗੋ। 6 ਕਰੋੜ ਲੋਕਾਂ ਦੇ ਪੈਸੇ ਫਸੇ ਨੇ, 6 ਕਰੋੜ ਲੋਕਾਂ ਬਾਰੇ ਸੋਚੋ ਕਿ ਉਹ ਵਿਚਾਰੇ ਆਪਦਾ ਨਿਰਵਾਹ ਕਿਵੇਂ ਕਰਦੇ ਹੋਣਗੇ। ਇੱਕ ਬੰਦੇ ਨੇ ਮੈਨੂੰ ਫੋਨ ਕੀਤਾ, ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਉਹਦੇ ਕੋਲ 6 ਕਿੱਲੇ ਜ਼ਮੀਨ, ਫਿਰੋਜ਼ਪੁਰ ਦਾ ਬੰਦਾ, 6 ਏਕੜ ਪੈਲੀ ਆਪਣੀ ਵੇਚੀ, ਉਹਨੇ ਆਪਣੀ ਕੁੜੀ ਦਾ ਵਿਆਹ ਕਰਨਾ ਸੀ, ਉਹਨੇ 85 ਲੱਖ ਰੁਪਈਆ ਪਰਲ ਗਰੁੱਪ ਚਲਾਇਆ। ਉਹ ਕਹਿੰਦਾ ਮੇਰੇ ਕੋਲ 1.5 ਕਰੋੜ ਰੁਪਈਆ ਆ ਜਾਏਗਾ, ਆਪਦੀ ਕੁੜੀ ਦਾ ਸ਼ਾਨ ਨਾਲ ਵਿਆਹ ਕਰਾਂਗੇ 5 ਸਾਲਾਂ ਬਾਅਦ। ਅੱਜ ਨਾ ਉਹਦਾ 1.5 ਕਰੋੜ ਆਇਆ, ਨਾ 85 ਲੱਖ ਆਇਆ, ਭੱਜ ਗਏ। ਅੱਜ ਉਹ ਬੰਦਾ ਇੱਕ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਦਾ ਸੀ, ਪਰ ਕਰੋਨਾ ਕਰਕੇ ਉਹਦੀ ਮਜ਼ਦੂਰੀ ਤੋਂ ਵੀ ਛੁੱਟੀ ਹੋ ਗਈ। ਉਹ ਕਹਿੰਦਾ ਮੈਨੂੰ ਫਿਰੋਜ਼ਪੁਰ ਤੋਂ ਆਉਣ ਲਈ ਮੇਰੇ ਕੋਲ ਜੇਬ 'ਚ ਪੈਸੇ ਨਹੀਂ, ਮੈਂ ਕਿਵੇਂ ਆਵਾਂ, ਮੈਨੂੰ ਦੱਸੋ। ਅਸੀਂ ਕਿਹਾ ਬਾਪੂ ਜੀ ਲੋੜ ਨਹੀਂ ਤੁਹਾਨੂੰ ਆਉਣ ਦੀ, ਤੁਸੀਂ ਮੇਲ ਜਰੀਏ ਆਪਣੇ ਕਾਗਜ਼ ਭੇਜੋ, ਤੁਹਾਡੇ ਹੱਕ ਅਸੀਂ ਦਵਾਵਾਂਗੇ ਔਰ ਦਵਾ ਕੇ ਰਵਾਂਗੇ। ਜਸਪਰ ਸਾਹਿਬ, ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਕਿ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨੇ ਇਸ ਜਗ੍ਹਾ ਖਾਲੀ ਕਰਵਾਉਣ ਨੂੰ, ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨਾਕਾਮੀ ਕਹਿ ਸਕਦੇ ਹੋ ਕਿ ਪ੍ਰਸ਼ਾਸਨ ਮਿਲਿਆ ਹੋਇਆ? ਮੈਂ ਤਾਂ ਯਾਰ ਸ਼ਰੇਆਮ ਕਹਿਣਾ ਤੁਹਾਡੇ ਇਸ ਚੈਨਲ ਜਰੀਏ ਕਿ ਇੱਥੋਂ ਦਾ ਲੋਕਲ ਇੰਸਪੈਕਟਰ ਉਹ ਪੈਸੇ ਖਾਂਦਾ, ਇੱਥੋਂ ਦਾ ਲੋਕਲ ਡੀਐਸਪੀ ਉਹ ਇਹ ਜ਼ਮੀਨ ਵਾਲੇ ਜਿਹੜੇ ਮਾਫੀਆ ਨੇ ਉਹ ਤੋਂ ਪੈਸੇ ਖਾਂਦਾ, ਇੱਥੋਂ ਦਾ ਕਮਿਸ਼ਨਰ ਇੱਥੋਂ ਦੇ ਪੈਸੇ ਖਾਂਦਾ, ਇੱਥੋਂ ਦਾ ਡੀਸੀ ਇਹਦੇ ਪੈਸੇ ਖਾਂਦਾ। ਨਹੀਂ, ਕਾਰਨ ਕੀ ਹੋ ਸਕਦਾ? ਨਹੀਂ, ਕਾਰਨ ਕੀ ਹੋ ਸਕਦਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਜਦੋਂ ਤੱਕ ਕਿਸੇ ਦੇ ਲਾਗੂ ਕਰਾਉਣਾ ਹੁੰਦਾ ਕਿ ਜੀ ਸਾਨੂੰ ਲਿਆ ਕੇ ਆਰਡਰ ਦਿਖਾਓ। ਜੇ ਆਮ ਗਰੀਬ ਬੰਦਾ ਕਿਤੇ ਬਹਿ ਜਾਵੇ, ਇੱਥੇ ਕੋਈ ਰੇਹੜੀ ਲਾ ਲਵੇ ਨੁੱਕਰ ਤੇ, ਤੁਸੀਂ ਰੇਹੜੀ ਲਾ ਕੇ ਕਿਸੇ ਦੀ ਦਿਖਾਓ, ਡੰਡੇ ਮਾਰ ਕੇ ਉਹਨੂੰ ਉੱਥੋਂ ਨਾਲੇ ਭਜਾਉਣਗੇ ਨਾਲੇ ਰੇਹੜੀ ਚੱਕ ਕੇ ਉਸ ਗਰੀਬ ਦੀ ਲੈ ਜਾਣਗੇ। ਗਰੀਬ ਦੀ ਤਾਂ ਰੇਹੜੀ ਚੱਕ ਕੇ ਲੈ ਜਾਂਦੇ ਆ। ਇੱਥੇ 700 ਕਿੱਲਾ ਜਿਹੜੇ ਬਾਹਰ ਰਹੇ ਆ ਉਹਨਾਂ ਦਾ ਕੋਈ ਇਹਨਾਂ ਨੂੰ ਮਤਲਬ ਨਹੀਂ, ਕੋਈ ਪਤਾ ਨਹੀਂ। ਉੱਥੇ ਫਿਰ ਸਾਨੂੰ ਟੁੱਚਣਾ ਕੱਢਦੇ ਆ ਕਿ ਜੀ ਸਾਨੂੰ ਹੁਣ ਫਲਾਨਾ ਆਰਡਰ ਲਿਆ ਕੇ ਦਿਖਾਓ, ਸਾਨੂੰ ਜੀ ਇੱਕ ਐਪਲੀਕੇਸ਼ਨ ਵੀ ਲਿਖ ਕੇ ਦਿਓ। ਓਏ ਭਲਿਓ ਲੋਕੋ, ਸੁਪਰੀਮ ਕੋਰਟ ਦਾ ਆਰਡਰ ਹੋਣ ਤੋਂ ਬਾਅਦ ਕੋਈ ਐਪਲੀਕੇਸ਼ਨ ਨਹੀਂ ਰਹਿ ਜਾਂਦੀ। ਮਨਵਿੰਦਰ ਸਿੰਘ ਦੀ ਕੋਈ ਡਿਊਟੀ ਨਹੀਂ, ਮਨਵਿੰਦਰ ਸਿੰਘ ਕੋਈ ਅਥਾਰਟੀ ਨਹੀਂ, ਕਿਉਂਕਿ ਮਾਨਯੋਗ ਸੁਪਰੀਮ ਕੋਰਟ ਸਭ ਤੋਂ ਉੱਚੀ ਆ ਇਸ ਦੇਸ਼ ਦੇ ਵਿੱਚ। ਜੇ ਕੋਈ ਮੰਨੇ, ਜੇ ਕੋਈ ਨਾ ਮੰਨੇ, ਸੁਪਰੀਮ ਕੋਰਟ ਦੇ ਆਰਡਰਾਂ ਦੀਆਂ ਜਿਵੇਂ ਮਰਜ਼ੀ ਧੱਜੀਆਂ ਉਡਾਈ ਜਾਓ, ਉਡਾਈ ਜਾਓ, ਕੋਈ ਗੱਲ ਨਹੀਂ। ਅਸੀਂ ਲੋਕਾਂ ਲਈ ਬੈਠੇ ਹਾਂ, ਲੋਕਾਂ ਨੂੰ ਜਾਗਰਤ ਕਰਾਂਗੇ ਔਰ ਦੱਸਾਂਗੇ ਕਿ ਚੋਰ ਲੋਕ ਕਿਵੇਂ ਚੋਰ ਕੁੱਤੀ ਆਪਸ ਦੇ ਵਿੱਚ ਰਲ ਕੇ ਤੁਹਾਡੀ ਜ਼ਮੀਨ ਨੂੰ ਵਾਹ ਰਹੇ ਨੇ, ਤੁਹਾਡੀ ਜਿਹੜੇ ਹੈਗੇ ਆ ਹੱਕ ਖਾ ਰਹੇ ਨੇ। ਕਿਉਂਕਿ ਇਹਨਾਂ ਲੋਕਾਂ ਨੇ ਤਾਂ ਜ਼ਮੀਨ ਨਹੀਂ ਵਿਕਣ ਦੇਣੀ। ਜੇ ਜ਼ਮੀਨ ਨਾ ਵਿਕੀ ਤਾਂ ਫਿਰ ਲੋਕਾਂ ਨੂੰ ਪੈਸੇ ਕਿੱਥੋਂ ਮਿਲਣਗੇ? ਵੀਰ ਜੀ 21,700 ਪ੍ਰਾਪਰਟੀ ਆ ਪਰਲ ਗਰੁੱਪ ਦੀ, ਟੋਟਲ ਦੇਣਦਾਰੀ ਕਿੰਨੀ ਆ? 50,000 ਕਰੋੜ ਦੀ। ਉਹਦੀ ਜੇ ਆਪਾਂ ਸਰਕਾਰੀ ਵੈਲਿਊ ਲਾਈਏ, ਸਰਕਾਰੀ ਵੈਲਿਊ, ਮੈਂ ਮਾਰਕੀਟ ਵੈਲਿਊ ਨਹੀਂ ਕਹਿੰਦਾ, ਜੇ ਆਪਾਂ ਸਰਕਾਰੀ ਵੈਲਿਊ ਲਾਈਏ ਜਿਹੜੀ ਸਿਰਫ ਰਜਿਸਟਰੀਆਂ ਦੇ ਵਿੱਚ ਵੈਲਿਊ ਦਿਖਾਈ ਜਾਂਦੀ ਆ, ਤੁਹਾਨੂੰ ਪਤਾ ਰਜਿਸਟਰੀਆਂ ਦੀ ਵੈਲਿਊ ਤੇ ਆਮ ਵੈਲਿਊ ਡਬਲ ਦਾ ਫਰਕ ਹੁੰਦਾ। ਰਜਿਸਟਰੀਆਂ ਦੀ ਵੈਲਿਊ 1,35,000 ਕਰੋੜ ਰੁਪਏ ਦੀ ਪ੍ਰਾਪਰਟੀ ਪਈ ਆ ਪਰਲ ਗਰੁੱਪ ਦੀ। ਮੈਂ ਕਹਿੰਦਾ 35% ਪੈਸੇ ਲੋਕਾਂ ਦੇ ਦੇਣੇ ਆ, ਬਾਕੀ ਪਰਲ ਗਰੁੱਪ ਵਾਲਿਆਂ ਨੂੰ ਦੇਣ। ਐਵੇਂ ਫਾਲਤੂ ਦਾ ਜਿਹੜਾ ਬਵੇੜਾ ਖੜਾ ਕੀਤਾ ਹੋਇਆ, ਪ੍ਰਾਪਰਟੀ ਵੇਚ ਕੇ ਲੋਕਾਂ ਦੇ ਪੈਸੇ ਲੋਕਾਂ ਨੂੰ ਦੇਣ, ਪਰਲ ਗਰੁੱਪ ਵਾਲਿਆਂ ਨੂੰ, ਪਰਲ ਗਰੁੱਪ ਨੂੰ ਦੇਣ। ਕਿਉਂ ਉਹਨੂੰ ਵੀ ਬਿਠਾ ਕੇ ਰੱਖਿਆ ਹੋਇਆ? ਮੈਂ ਤਾਂ ਇਸ ਹੱਕ ਦੇ ਵਿੱਚ ਵੀ ਨਹੀਂ।
ਵੀ ਜੇ ਬਾਈ ਉਹਦੀ ਫਾਲਤੂ ਪ੍ਰਾਪਰਟੀ ਆ, ਉਹਦੀ ਪ੍ਰਾਪਰਟੀ ਵੇਚ ਕੇ ਲੋਕਾਂ ਨੂੰ ਪੈਸੇ ਦੇਣ, ਗੱਲ ਤਾਂ ਪੈਸੇ ਦਾ ਹੀ ਆ ਨਾ, ਕ੍ਰਾਈਮ ਤਾਂ ਪੈਸੇ ਦਾ ਹੋਇਆ। ਪਰ ਲੋਕ ਫਿਰਦੇ ਆ ਕ੍ਰਾਈਮ, ਉਹਨਾਂ ਦਾ ਕੋਈ ਕ੍ਰਾਈਮ ਨਹੀਂ ਦਿਖਦਾ। ਜਿਹੜੇ ਪੁਲਿਸ ਵਾਲੇ ਮਿਲ ਕੇ ਬਹਾ ਰਹੇ ਆ, ਉਹਨਾਂ ਦਾ ਕੋਈ ਕ੍ਰਾਈਮ ਨਹੀਂ ਦਿਖਦਾ। ਜਿਹੜੇ ਬਿਜਲੀ ਵਾਲਿਆਂ ਨੇ ਮੋਟਰਾਂ ਜਾਲੀ ਇਹਦੇ ਵਿੱਚ ਲਵਾਈਆਂ ਨੇ, ਉਹਨਾਂ ਦਾ ਕੋਈ ਕ੍ਰਾਈਮ ਨਹੀਂ ਦਿਖਦਾ। ਜਿਹੜੇ ਇੱਥੋਂ ਦੇ ਠੇਕੇ ਖਾ ਰਹੇ ਨੇ, ਉਹਨਾਂ ਦਾ ਕੋਈ ਕ੍ਰਾਈਮ ਨਹੀਂ ਦਿਖਦਾ। ਇੱਕ ਗਿਆਸਪੁਰਾ ਸਾਹਿਬ ਤੁਹਾਨੂੰ ਹੋਰ ਸਵਾਲ ਕਰਾਂਗੇ ਕਿ ਇੰਨੀ ਧੁੱਪ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ, ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੇ ਪੈਸਾ ਇਨਵੈਸਟ ਕੀਤਾ, ਉਹ ਦੇਖਣ ਦੇ ਵਿੱਚ ਆ ਰਿਹਾ ਕਿ ਬਹੁਤ ਘੱਟ ਲੋਕ ਇੱਥੇ ਨੇ। ਕੀ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਜਾਂ ਕਿਸ ਤਰ੍ਹਾਂ ਉਹ ਨਹੀਂ ਪਹੁੰਚੇ ਇੱਥੇ? ਨਹੀਂ ਜੀ, ਦੇਖੋ ਜਦੋਂ ਅਸੀਂ ਕਾਨੂੰਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਸੰਵਿਧਾਨ ਵੀ ਮੰਨਣਾ ਪੈਣਾ। ਅੱਜ ਉਹ ਜਿਹੜੇ ਲੋਕ ਨੇ ਉਹ ਸੰਵਿਧਾਨ ਦੀ ਬਦੌਲਤ ਬੈਠੇ ਨੇ, ਕਿਉਂਕਿ ਕਰੋਨਾ ਫੈਲਿਆ ਹੋਇਆ। 50 ਬੰਦਿਆਂ ਤੋਂ ਵੱਧ ਜਿਹੜਾ ਹੈਗਾ ਲੋਕਾਂ ਦੇ ਬੈਠਣ ਦੀ ਮਨਾਹੀ ਆ। ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਇਸ ਲਈ ਅਸੀਂ ਕਾਨੂੰਨ ਦੇ ਕੱਲ੍ਹ ਨੂੰ ਹੋਰ ਬੰਦੇ ਹੋਣਗੇ ਇੱਥੇ। ਅੱਜ ਅਸੀਂ ਬੈਠੇ ਹਾਂ, ਕੱਲ੍ਹ ਨੂੰ ਸਾਡੀ ਦੂਜੀ ਪਾਰਟੀ ਹੋਊ, ਪਰਸੋਂ ਤੀਜੀ ਪਾਰਟੀ ਹੋਊ। ਇਸ ਲਈ ਅਸੀਂ ਕਾਨੂੰਨ ਨੂੰ ਮੰਨਦੇ ਹਾਂ। ਪਰ ਤੁਸੀਂ ਦੇਖੋ ਕਿ ਪੁਲਿਸ ਵਾਲਾ 500 ਖੜਾ ਆਲੇ ਦੁਆਲੇ, ਉਹਨਾਂ ਲਈ ਕੋਈ ਸੰਵਿਧਾਨ ਨਹੀਂ। ਕਿਉਂਕਿ ਸੰਵਿਧਾਨ ਤੋਂ ਜਦੋਂ ਵਰਦੀ ਪੈ ਜਾਂਦੀ ਹੈ ਨਾ, ਉਹ ਸੰਵਿਧਾਨ ਤੋਂ ਉੱਤੇ ਹੋ ਜਾਂਦਾ। ਜਦੋਂ ਕੋਈ ਵਰਦੀ ਪਾ ਲੈਂਦਾ, ਜਦੋਂ ਕਿਸੇ ਦੇ ਮੋਢੇ ਤੇ ਸਟਾਰ ਲੱਗ ਜਾਂਦੇ ਆ, ਜਦੋਂ 1.5 ਲੱਖ ਰੁਪਈਆ ਤਨਖਾਹ ਲੈਣੀ ਸ਼ੁਰੂ ਕਰ ਦਿੰਦਾ, ਉਹ ਸੰਵਿਧਾਨ ਤੋਂ ਉੱਤੇ ਹੋ ਜਾਂਦਾ। ਤੇ ਜਿਹੜੇ ਆਮ ਲੋਕ, ਅਸੀਂ 25 ਜਾਣੇ ਬੈਠੇ ਆ ਗਿਣ ਕੇ, ਅਸੀਂ 25 ਜਾਣੇ ਸੰਵਿਧਾਨ ਤੋੜਨ ਵਾਲੇ ਹੋ ਗਏ, ਇਹ ਸੰਵਿਧਾਨ ਮਨਾਉਣ ਵਾਲੇ ਹੋ ਗਏ। ਅਸੀਂ ਤਾਂ ਵੀਰ ਨਾ ਸਾਨੂੰ ਕੋਈ ਤਨਖਾਹ ਮਿਲਦੀ ਆ, ਨਾ ਕੋਈ ਹੋਰ ਮਿਲਦਾ। ਅਸੀਂ ਤਾਂ ਜਿਹੜਾ ਹੈਗਾ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਮਨਾਉਣ ਲਈ ਸੰਵਿਧਾਨ ਦੀ ਰਾਖੀ ਲਈ ਬੈਠੇ ਆ, ਰਾਖੀ ਲਈ ਬੈਠੇ ਰਹਾਂਗੇ। ਮੈਨੂੰ ਹੁਣੇ ਕੋਈ ਵੀਰ ਆ ਕੇ ਕਹਿੰਦਾ ਸੀ, ਕਹਿੰਦੇ ਵੀ DSP ਸਾਹਿਬ ਕਹਿੰਦੇ ਆ ਕਿ ਮੈਂ ਜ਼ਿੰਮੇਵਾਰੀ ਲੈਣਾ ਕਿ ਸਾਰੀ ਜਗ੍ਹਾ ਮੈਂ ਖਾਲੀ ਕਰਾਊਂਗਾ। ਸਾਨੂੰ ਲਿਖ ਕੇ ਦੇ ਦੇਣ 4 ਕਾਗਜ਼ ਕਿ 10 ਦਿਨਾਂ ਦੇ ਵਿੱਚ ਖਾਲੀ ਕਰਾਊਂਗਾ, 15 ਦਿਨਾਂ 'ਚ ਕਰਾਊਂਗਾ, 20 ਦਿਨਾਂ 'ਚ ਕਰਾਊਂਗਾ, 5 ਦਿਨਾਂ 'ਚ ਕਰਾਊਂਗਾ। ਅਸੀਂ ਆਪਣਾ ਚਲੇ ਜਾਂਦੇ ਹਾਂ। ਸਾਨੂੰ ਦੱਸਣ ਦੇਣ ਤਾਂ ਸਹੀ ਲਿਖ ਕੇ। ਗੱਲਾਂ ਨਾਲ ਨਹੀਂ ਢਿੱਡ ਭਰਦੇ ਹੁੰਦੇ। ਗੱਲੀ ਸੈਲ ਉਠਾਵਤ ਚਾਹੇ ਉਹ ਉਹਾਂ ਹੀ ਰਹੇ। ਗੱਲਾਂ ਦੇ ਨਾਲ ਤਾਂ ਇਹਨਾਂ ਨੇ ਬਹੁਤ ਕੁਝ ਕਰਤਾ। ਗੱਲਾਂ ਦੇ ਨਾਲ ਤਾਂ ਬਰਗਾੜੀ ਕਾਂਡ ਦਾ ਵੀ ਇਹਨਾਂ ਨੇ ਇਨਸਾਫ ਦੇਤਾ। ਗੱਲਾਂ ਦੇ ਨਾਲ ਤਾਂ ਇਹਨਾਂ ਨੇ ਆਪਣਾ ਕੀ ਕਹਿੰਦੇ ਆ ਸ਼ਰਾਬ ਮਾਫੀਆ ਖਤਮ ਕਰਤਾ। ਗੱਲਾਂ ਦੇ ਨਾਲ ਤਾਂ ਇਹਨਾਂ ਨੇ ਚਿੱਟੇ ਦਾ ਖਾਤਮਾ ਕਰਤਾ। ਗੱਲਾਂ ਦੇ ਨਾਲ ਕੰਮ ਨਹੀਂ ਹੋਣੇ। ਗੱਲਾਂ ਦੇ ਨਾਲ ਲੋਕਾਂ ਦੇ ਇਹਨਾਂ ਨੇ ਰਾਸ਼ਨ ਕਾਰਡ ਕਟਾਤੇ ਵਿਚਾਰੇ ਗਰੀਬਾਂ ਦੇ। ਉਹ ਵੀ ਤੁਸੀਂ ਦੇਖੋ, ਅਸੀਂ ਉਦਣ ਵੈਦ ਦੀ ਕੋਠੀ ਦੇ ਮੂਹਰੇ ਧਰਨਾ ਲਾਇਆ, ਤਪਦੀ ਧੁੱਪ ਦੇ ਵਿੱਚ। ਮਾਨਯੋਗ ਹਾਈ ਕੋਰਟ ਨੇ ਆਰਡਰ ਦਿੱਤਾ 7 ਦਿਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੂੰ ਕਾਰਡ ਬਣਾ ਕੇ ਉਹਨਾਂ ਦੇ ਜਿਹੜਾ ਹੈਗਾ ਰਾਸ਼ਨ ਮੁਹੱਈਆ ਕਰਾਇਆ ਜਾਵੇ। ਅਦਾਲਤਾਂ ਬੈਠੀਆਂ ਨੇ। ਅਸੀਂ ਪੁਲਿਸ ਵਾਲਿਆਂ ਨੂੰ ਵੀ ਕਹਿੰਦੇ ਆ ਕਿ ਜਿੰਨਾ ਕਾਨੂੰਨ ਤੁਹਾਡੇ ਲਈ ਆ, ਉਹਨਾਂ ਕਾਨੂੰਨ ਸਾਡੇ ਲਈ ਵੀ ਆ। ਅਸੀਂ ਵੀ ਕਾਨੂੰਨ ਜਾਣਦੇ ਆ, ਕਾਨੂੰਨ ਨੂੰ ਮੰਨਣ ਵਾਲੇ ਲੋਕ ਆ। ਔਰ ਇਸ ਲਈ ਅਸੀਂ ਇੱਥੇ ਬਾਹਲਾ ਇਕੱਠ ਨਹੀਂ ਕੀਤਾ। ਸਾਨੂੰ ਇੱਥੇ ਟੈਂਟ ਇਹਨਾਂ ਨੇ ਨਹੀਂ ਲੱਗਣ ਦਿੱਤਾ। ਕੋਈ ਗੱਲ ਨਹੀਂ, ਸਾਨੂੰ ਮਨਜ਼ੂਰ ਆ। ਪਰ ਇੱਕ ਇਨਹਿਊਮਨ ਨਹੀਂ ਕਰ ਰਹੇ ਕਿ ਇਹ ਮਨੁੱਖਤਾ ਤੋਂ ਗਿਰੀ ਹੋਈ ਹਰਕਤ ਨਹੀਂ ਕਰ ਰਹੇ ਕਿ 1.5 ਲੱਖ ਬੰਦੇ ਨੂੰ, ਜਿਸ ਬੰਦੇ ਨੂੰ ਵੋਟਾਂ ਪਾਈਆਂ ਹੋਣ, ਉਹ ਬੰਦਾ ਧੁੱਪ ਦੇ ਵਿੱਚ ਬੈਠਾ ਹੋਵੇ। ਕੀ ਇਹਨਾਂ ਦਾ ਕੋਈ ਪ੍ਰੋਟੋਕੋਲ ਨਹੀਂ? 1.5 ਲੱਖ ਲੋਕਾਂ ਨੇ ਮੈਨੂੰ ਫਤਿਹਗੜ੍ਹ ਸਾਹਿਬ ਤੋਂ MP ਦੀ ਇਲੈਕਸ਼ਨ ਦੇ ਵਿੱਚ ਵੋਟਾਂ ਪਾਈਆਂ ਨੇ। ਅੱਜ ਮੈਂ ਧੁੱਪੇ ਬੈਠਾ, ਸਾਨੂੰ ਇੱਥੇ ਟੈਂਟ ਨਹੀਂ ਲੱਗਣ ਦੇ ਰਹੇ। ਕੀ ਇਹਨਾਂ ਦਾ ਇਹਦੇ 'ਚ ਕੋਈ ਪ੍ਰੋਟੋਕੋਲ ਨਹੀਂ? 1.5 ਲੱਖ ਲੋਕਾਂ ਦੀ ਕੋਈ ਹੈਸੀਅਤ ਨਹੀਂ। ਅਸੀਂ ਪੁੱਛਣਾ ਚਾਹੁੰਦੇ ਹਾਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਤੁਸੀਂ ਟੈਂਟ ਵਾਲਿਆਂ ਨੂੰ ਰੋਕਦੇ ਹੋ, ਤੁਸੀਂ ਇਹਦੇ ਪਾਣੀ ਵਾਲਿਆਂ ਨੂੰ ਰੋਕਦੇ ਹੋ, ਕੀ ਤੁਹਾਡਾ ਇਹਦੇ 'ਚ ਕੋਈ ਪ੍ਰੋਟੋਕੋਲ ਨਹੀਂ? ਪਤਾ ਕੀ ਅਸੀਂ ਗੁਰਬਾਣੀ ਕਹਿੰਦੀ ਆ, ਗੁਰਬਾਣੀ ਕਹਿੰਦੀ ਆ ਡੱਕ ਮੱਕ ਕਾਟ ਰੇ ਮਨ ਗੌੜਾ ਅਬ ਤੋਂ ਡਰੇ ਮਰੇ ਸੇ ਤਰਮਾਈਏ ਦਿਲੇ ਹਾਥ ਤੋਂ ਲੋੜਾ। ਅਸੀਂ ਤਾਂ ਗੁਰਬਾਣੀ ਨੂੰ ਮੰਨਣ ਵਾਲੇ ਲੋਕ। ਚਲੋ ਗੁਰੂ ਸਾਹਿਬ ਦੇ ਜਿੰਨੇ ਸਵਾਸ ਲਿਖੇ ਆ, ਉਹ ਕੋਈ ਮਾਈ ਦਾ ਲਾਲ ਖੋ ਨਹੀਂ ਸਕਦਾ। ਜਦੋਂ ਉਹਨੇ ਪਾਉਣੀ ਆ, ਕੋਈ ਵੱਡੇ ਤੋਂ ਵੱਡਾ ਬੰਦਾ ਰੋਕ ਨਹੀਂ ਸਕਦਾ। ਇਹਦਾ ਅਸੀਂ ਪੂਰਾ ਵਿਸ਼ਵਾਸ ਦੇ ਨਾਲ ਪਰਮਾਤਮਾ ਤੋਂ ਬਾਹਰ ਕੋਈ ਨਹੀਂ। ਪਰ ਗੱਲ ਹੈ, ਪਰਮਾਤਮਾ ਇਹ ਵੀ ਕਹਿੰਦਾ ਨਾ ਆਪਣੀ ਸਿਹਤ ਦਾ ਧਿਆਨ ਰੱਖੋ ਜੀ। ਗੁਰਬਾਣੀ ਇਹ ਵੀ ਤਾਂ ਕਹਿੰਦੀ ਆਪਣੀ ਸਿਹਤ ਦਾ ਧਿਆਨ ਰੱਖੋ। ਨਸ਼ੇ ਨਾ ਕਰੋ, ਪੁੱਠੇ ਕੰਮਾਂ 'ਚ ਨਾ ਪਾਓ। ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ ਆ ਜੀ। ਮੈਨੂੰ ਸਿਰਫ ਇੱਕ ਜ਼ੁਲਮ ਸਹਿਣਾ ਵੀ ਪਾਪ ਆ ਜੀ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਸਿਰਫ ਸਿੰਪਲ ਜੀ ਵੀ ਜੇ ਇੱਥੇ ਬਾਈ ਚਾਂਸ ਕਿਸੇ ਨੂੰ ਰੱਬ ਨਾ ਕਰੇ ਕਰੋਨਾ ਹੋਇਆ, ਉਹਦੇ ਅੱਗੇ ਫੈਲਦਾ, ਕਿਸੇ ਘਰ ਦੇ ਮੈਂਬਰ ਕੋਲ ਚਲਿਆ ਗਿਆ, ਇਹਨਾਂ ਦੇ ਵਿੱਚੋਂ ਹੀ ਕੱਲ੍ਹ ਨੂੰ ਕਿਸੇ ਦੇ ਘਰ ਦੇ ਮੈਂਬਰ ਦੀ ਡੈਥ ਹੋ ਗਈ, ਉਹਦੇ ਲਈ ਕੌਣ ਜ਼ਿੰਮੇਵਾਰ? ਆਪਾਂ ਇਹ ਤਾਂ ਨਹੀਂ ਚਾਹੁੰਦੇ। ਆਪਾਂ ਚਾਹੁੰਦੇ ਵੀ ਤੁਹਾਡੇ ਮਸਲੇ ਦਾ ਹੱਲ ਹੋਵੇ। ਉਹਦਾ ਇੱਕ ਤੁਹਾਨੂੰ ਬਾਈਬਲ ਜਾ ਦਿੰਦੇ ਆ, DC ਸਾਹਿਬ ਨਵੇਂ ਆਏ ਨੇ, ਤੁਹਾਡੀ ਜਿਹੜੀ ਇੱਕ ਡੈਲੀਗੇਸ਼ਨ ਆ, ਅਸੀਂ ਉਹਨਾਂ ਨੂੰ ਮੀਟਿੰਗ ਫਿਕਸ ਕਰਾ ਦਿੰਦੇ, ਉੱਥੇ ਜਾ ਕੇ ਉਹਨਾਂ ਨੂੰ ਮਸਲਾ ਵੀ ਸੁਣਨਾ ਸਾਰਾ, ਕੋਈ ਨਾ ਕੋਈ ਤੁਹਾਨੂੰ ਸੋਲੂਸ਼ਨ। ਚਲੋ ਇੱਥੇ ਤਾਂ ਅਲਟੀਮੇਟਲੀ ਤੁਸੀਂ ਬੈਠੋ ਵੀ ਇੱਥੇ ਬਹਿ ਕੇ ਸਾਰੇ ਤੰਗ ਹੀ ਹੋ ਰਹੇ ਨੇ। ਅੱਗੇ ਜੇ ਕੁਛ ਮੈਡੀਕਲ ਪ੍ਰੋਬਲਮ ਆ ਗਈ, ਉਹ ਲੱਗ ਗੱਲ ਹੈ। ਇਹਦਾ ਵਾਇਬਲ ਸੋਲੂਸ਼ਨ ਤਾਂ ਇਹ ਆ ਵੀ ਤੁਸੀਂ 4 ਜਣੇ ਸਾਨੂੰ ਦੱਸੋ ਤੁਹਾਡੇ ਵੀਡੀਓ ਨਹੀਂ ਕੋਈ ਸੋਲੂਸ਼ਨ ਨਹੀਂ ਹੈਗਾ। ਇਹ ਸਿਰਫ ਲੇਪਾ ਪੋਚੀ ਵਾਲੀਆਂ ਗੱਲਾਂ ਨੇ। ਲੇਪਾ ਪੋਚੀ ਵਾਲੀਆਂ ਗੱਲਾਂ ਅਸੀਂ ਲੇਪਾ ਪੋਚੀ ਵਾਲੀਆਂ ਗੱਲਾਂ ਬਹੁਤ ਜਾਣਦੇ ਹਾਂ, ਦੇਖਦੇ ਹਾਂ, ਸਮਝਦੇ ਹਾਂ।
ਔਰ ਲਿਪਾ ਪੁੱਜ ਵਾਲੀਆਂ ਗੱਲਾਂ ਦੇ ਵਿੱਚ ਤੁਸੀਂ ਪਹਿਲਾਂ ਆਪਣੀ ਡੈਲੀਗੇਸ਼ਨ ਕਿਤੇ ਲੈ ਕੇ ਗਏ ਹੋ ਜੀ? ਮੈਂ 50 ਵਾਰ ਲੈ ਕੇ ਗਿਆ। ਬਲਜਿੰਦਰ ਨੇ ਸ਼ਰੇਆਮ ਲੋਕਾਂ ਨੂੰ ਨੰਗਾ ਕਰਕੇ ਵੀਡੀਓ ਬਣਾ ਕੇ ਵਾਇਰਲ ਕੀਤੀ। ਹਾਈ ਕੋਰਟ ਨੇ ਕਹਿ ਦਿੱਤਾ ਕਿ ਤੇ ਪਰਚਾ ਦਰਜ ਕਰੋ, ਹਜੇ ਤੱਕ ਪਰਚਾ ਦਰਜ ਕੀਤਾ। ਮੈਂ ਆਪ ਉੱਥੇ ਧਰਨੇ ਤੇ ਬੈਠਾ ਰਿਹਾ, ਦੱਸੋ ਹੋਇਆ? ਮੈਂ ਤੁਹਾਨੂੰ ਕੀ ਕਹਿ ਸ਼ਰੇਆਮ ਕਰੇਟਾਂ ਪੁਲਿਸ ਵਾਲੇ ਚੱਕ ਕੇ ਗੱਡੀਆਂ 'ਚ ਰੱਖਦੇ ਨੇ, ਕੁਝ ਉਹਨਾਂ ਨੂੰ ਸਿਰਫ ਲਾਈਨ ਹਾਜ਼ਰ ਕਰਤਾ ਜਾਂਦਾ। ਇਹ ਤੋਂ ਬਾਅਦ ਹੁੰਦਾ ਕੀ ਆ ਸਰ? ਸਾਨੂੰ ਕਾਨੂੰਨ ਦਾ ਪਤਾ ਵਾ। ਅਸੀਂ ਕਾਨੂੰਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਲਾਗੂ ਕਰਾਉਣ ਲਈ ਇੱਥੇ ਬੈਠੇ ਹਾਂ। ਅਸੀਂ ਗਲਤ ਨਹੀਂ ਬੈਠੇ, ਅਸੀਂ ਸੰਵਿਧਾਨ ਦੇ ਪ੍ਰਤੀ ਜਿਹੜੀ ਤੁਹਾਡਾ ਫਰਜ਼ ਸੀ, ਜਿਹੜਾ ਇਹਨਾਂ ਦਾ ਫਰਜ਼ ਸੀ, ਜਿਹੜਾ ਇਹਨਾਂ ਦਾ ਫਰਜ਼ ਸੀ, ਉਹ ਫਰਜ਼ ਅਸੀਂ ਨਿਭਾਉਣ ਲਈ ਇੱਥੇ ਬੈਠੇ। ਤੁਸੀਂ ਇਹ ਆਪ ਜੀ ਦਾ ਫਰਜ਼ ਸੀ, ਲੋਕਾਂ ਦੇ ਚੰਗੇ ਲਈ ਇਹ ਆਪ ਜੀ ਦਾ ਫਰਜ਼ ਸੀ। ਮੈਨੂੰ ਇਹ ਦੱਸੋ, ਲੋਕਾਂ ਦੇ ਚੰਗੇ ਲਈ ਬੈਠੇ ਹੋ? ਬਿਲਕੁਲ ਅਸੀਂ ਲੋਕਾਂ ਲਈ ਬੈਠੇ ਹੋ। ਬਿਲਕੁਲ ਲੋਕਾਂ ਲਈ ਬੈਠੇ ਹਾਂ। ਹੁਣ ਰੱਬ ਨਾ ਕਰੇ ਜੀ ਇੱਥੇ ਕੁਝ ਬਿਮਾਰੀ ਤੁਹਾਨੂੰ ਪਤਾ ਹੀ ਪੂਰਾ ਘਰੇ ਬੈਠੇ ਵੀ ਆ ਸਕਦੀ ਹੈ ਜੀ। ਹੁਣ ਘਰਾਂ ਬੈਠੇ ਤਾਂ ਆ ਸਕਦੀ ਹੈ, ਪਰ ਆਪਾਂ ਜਿਹੜੀਆਂ ਪ੍ਰੀਕਾਸ਼ਨ ਨੇ ਉਹ ਤਾਂ ਲਈਏ ਨਹੀਂ। ਘਰੇ ਬੈਠੇ ਵੀ ਆ ਸਕਦੀ ਹੈ। ਘਰਾਂ ਬੈਠੇ ਤਾਂ ਐ ਵੀ ਮੌਤ ਤਾਂ ਕਿਤੇ ਵੀ ਆ ਸਕਦੀ ਹੈ, ਪਰ ਗੱਲ ਹੈ ਵੀ ਆਪਾਂ ਜ਼ਰੂਰ ਆਪ ਨਾ ਸਹਿੜੀਏ ਉਹਨੂੰ। ਪੂਰੇ ਤਾਂ ਆਪਾਂ ਨੂੰ ਸਾਫ਼ ਦਿਖ ਰਿਹਾ ਵੀ ਜਿਹੜੇ ਹਿਸਾਬ ਨਾਲ ਆਪਾਂ ਖੜੇ ਆ। ਉਹ ਵਾਹੀ ਜਾਣਗੇ, ਕਰੀ ਜਾਣਗੇ, ਅਸੀਂ ਚੁੱਪ ਕਰਕੇ ਘਰਾਂ 'ਚ ਬੈਠੇ ਰਹੀਏ। ਦੱਸੋ, ਜੋ ਲੋਕ ਵਾਹੀ ਜਾਣ, ਕਰੀ ਜਾਣ, ਉਹਨਾਂ ਨੂੰ ਛੱਡ ਦਈਏ। 700 ਕਿੱਲਾ ਜ਼ਮੀਨ ਲੋਕ ਫਰੀ ਦੇ ਵਿੱਚ ਵਾਹੀ ਜਾਣ, ਕਰੀ ਜਾਣ, ਅਸੀਂ ਜੱਟ ਕੇ ਘਰ ਬੈਠੇ, ਅਸੀਂ ਘਰੇ ਬੈਠ ਕੇ ਬੈਠੇ ਰਹੀਏ। ਮੈਂ ਤੁਹਾਨੂੰ ਘਰਾਂ ਬੈਠਾ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਕੀ ਕਹਿ ਰਿਹਾ, ਆਪਣੀ ਡੈਲੀਗੇਸ਼ਨ ਲਾਉਣੀ ਤੁਹਾਡੀ ਡੀਸੀ। ਉਹਦਾ ਕੋਈ ਮੀਨਿੰਗ ਨਹੀਂ, ਕੋਈ ਸੋਲੂਸ਼ਨ ਨਹੀਂ। ਕਿ ਡੀਸੀ ਸਾਹਿਬ ਇੰਨੇ ਅਣਭੋਲ ਨੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨਹੀਂ ਪਤਾ। ਹੁਣ ਨਵੇਂ ਡੀਸੀ ਸਾਹਿਬ ਨੂੰ ਮਿਲਿਆ ਇੱਕ ਵਾਰ ਵੀ ਆ ਕੇ। ਡੀਸੀ ਸਾਹਿਬ ਇੰਨੇ ਅਣਭੋਲ ਨੇ। ਮੈਂ ਤਾਂ ਸਰ, ਮੇਰਾ ਤਾਂ ਵਿਸ਼ਵਾਸ ਹੀ ਉੱਠਾ ਹੈ, ਮੇਰਾ ਵਿਸ਼ਵਾਸ ਉੱਠਾ ਹੈ। ਪ੍ਰਸ਼ਾਸਨ ਤੋਂ ਮੇਰਾ ਵਿਸ਼ਵਾਸ ਇੱਕ ਵਾਰ ਉਹਨਾਂ ਦੇ ਮੈਟਰ ਧਿਆਨ 'ਚ ਲੈ ਕੇ ਆਏ ਹੋ? ਸਰ, ਮੇਰਾ ਪ੍ਰਸ਼ਾਸਨ ਤੋਂ ਖੁਦ ਦਾ ਵਿਸ਼ਵਾਸ ਉੱਠਾ ਹੈ। ਸੱਚੀ ਕਹਿ ਰਿਹਾ ਮੈਂ ਵੈਰੀ ਫਰੈਂਕਲੀ ਗੱਲ ਕਰ ਰਿਹਾ। ਕੋਈ ਇਹ ਨਹੀਂ, ਤੁਹਾਡਾ ਰਿਗਾਰਡ ਕਰਦੇ ਆ, ਰਿਸਪੈਕਟ ਕਰਦੇ ਆ। ਇਸ ਲਈ ਅਸੀਂ ਇੱਧਰ ਦੀ ਬਜਾਏ ਇੱਧਰ ਕਰਿਆ, ਆਪ ਚੁਣ ਕੇ ਗਏ ਆ ਕਿ ਨਹੀਂ ਯਾਰ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ। ਦੂਰ ਦੂਰ ਬੈਠਾਂਗੇ ਅਸੀਂ, ਕੋਈ ਚੱਕਰ ਨਹੀਂ, ਸਾਨੂੰ ਪ੍ਰੋਬਲਮ ਨਹੀਂ। ਸਾਰੇ ਇਹਦੇ 2 ਫੁੱਟ ਦੀ ਦੂਰੀ ਤੇ ਖੜੇ ਆ ਜੀ ਬੈਠੇ। ਦੇਖੋ ਅੱਗੇ ਤੁਹਾਡੀ ਮਰਜ਼ੀ ਹੈ, ਜਿਵੇਂ 140 ਦੇ ਆਰਡਰ ਲੱਗੇ ਹੋਏ ਨੇ। ਤੁਸੀਂ ਜਿਹੜਾ ਇਹ ਕਰ ਰਹੇ ਹੋ ਉਹਦੇ ਨਾਲ ਪਬਲਿਕ ਦਾ ਫਾਇਦਾ ਤਾਂ ਪਤਾ ਨਹੀਂ ਹੋਊ ਕਿ ਨਹੀਂ, ਪਰ ਪਬਲਿਕ ਦੀ ਤੁਸੀਂ ਜਿਹੜੀ ਜਾਨ ਹੈ ਉਹ ਜ਼ਰੂਰ ਉਹ 'ਚ ਪਾ ਰਹੇ ਹੋ ਮੁਸ਼ਕਿਲ। ਠੀਕ ਹੈ, ਇੱਥੋਂ ਕਿਸੇ ਵੀ ਰੀਜ਼ਨ ਕਰਕੇ ਕੋਈ ਵੀ ਨੌਨ ਵਾਇਲੇਟ ਕਰਕੇ ਇੱਥੇ ਬਿਮਾਰੀ ਫੈਲਦੀ ਹੈ, ਉਹਦਾ ਅਲਟੀਮੇਟਲੀ ਰਿਸਪੌਂਸਿਬਲ ਕੌਣ ਹੋਵੇ? ਉਹਦਾ ਅਲਟੀਮੇਟਲੀ ਰਿਸਪੌਂਸੀਬਲ ਉਹ ਬੰਦੇ ਨੇ ਜਿਹੜੇ ਇਲੀਗਲੀ ਬਹਾ ਰਹੇ ਨੇ। ਉਹਦਾ ਅਲਟੀਮੇਟਲੀ ਰਿਸਪੌਂਸੀਬਲ ਉਹ ਬੰਦੇ ਨੇ ਜਿਹੜੇ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦੇ। ਉਹਦਾ ਅਲਟੀਮੇਟਲੀ ਰਿਸਪੌਂਸੀਬਲ ਉਹ ਪੁਲਿਸ ਆ ਜਿਹੜੀ ਉਹਨਾਂ ਨੂੰ ਸ਼ਹਿ ਦੇ ਕੇ ਬਹਾ ਰਹੀ ਆ। ਅਲਟੀਮੇਟਲੀ ਉਹ ਬੰਦੇ ਨੇ ਜਿਹੜੇ ਇੱਥੋਂ ਕਬਜ਼ਾ ਨਹੀਂ ਛਡਵਾ ਰਹੇ। ਅਲਟੀਮੇਟਲੀ ਉਹ ਸੇਧੀ ਵਾਲੇ ਬੰਦੇ ਨੇ ਜਿਹੜੇ ਉਹਨਾਂ ਨਾਲ ਮਿਲੇ ਹੋਏ। ਲੀਡਰਸ਼ਿਪ ਤੁਸੀਂ ਕਰ ਰਹੇ ਹੋ, ਤੁਸੀਂ ਬਿਠਾਏ ਨੇ ਆ ਕੇ ਸਾਰੀਆਂ ਗਾਈਡਲਾਈਨ ਨੂੰ ਵਾਇਲੇਟ ਤੁਸੀਂ ਕਰਕੇ ਉਹਨਾਂ ਨੂੰ ਬਿਠਾਇਆ ਹੋਇਆ। ਇਹਦੇ ਨਾਲ ਇਹ ਆ ਵੀ ਦੇਖੋ ਜੇ ਵਾਇਲੇਟ ਕਰੋਗੇ ਤਾਂ ਪਰਚਾ ਵੀ ਦਰਜ ਹੋਊਗਾ।